हे प्राणनाथ गोविंद कृपा निधान जगत गुरु। हे संसार ताप हरन करुणा में सब दुख हरो। हे शरण जोग दयाल दीनानाथ मया करो। शरीर स्वस्थ क्षीण समय सिमरंत नानक राम दमोदर माधव। सतनाम श्री वाहिगुरु साहिब जी। आसा एक तुके चार सरपणी ते ऊपर नहीं बलिया। जिन ब्रह्मा विष्णु महादेव शलिया। मार मार सरपणी निर्मल जल पैठी। जिन त्रिभुवन डसी अले गुर प्रसाद डीठी रहाओ। सरपणी सरवणी क्या कहो भाई। जिन साच पछानिया तिन सरपणी खाई। सरपणी ते आन शूश नहीं अवरा। सरपणी जीती कहा करे जमरा। ए सरपणी ताकी कीती होई। बल अबल क्या इस ते होई। एह बस्ती ता बस्त शरीरा। गुर प्रसाद सहज तरे कबीरा। एह बस्ती ता बस्त शरीरा। गुर प्रसाद सहज तरे कबीरा। वाहिगुरु जी का खालसा वाहिगुरु जी की फतेह। परम सत्कारयोग सतगुरु जी दी साजी निवाजी गुरु रूप गुरु खालसा साध संगत जीओ। सतगुरु जी की पावन बाणी की जो लड़ीवार कथा आपां नूं प्राप्त हो रही है, तिस दे तहत जो पावन शब्द विचार अधीन है, ये पावन शब्द भगत कबीर साहब जी का आसा राग दे विच उचारण किया होया है ਅਤੇ श्री गुरु ग्रंथ साहिब महाराज जी ਦੇ पावन अंग 480 ਅਤੇ 481 अंग ਤੇ ਇਹ ਸ਼ਬਦ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਉਪਦੇਸ਼ ਕਰ ਰਹੇ ਹਨ कि इस संसार दे अंदर माया का प्रभाव हर एक जीव ते पै रहा है, पर जिन्हां ने गुरु की मत लई है, जिन्हां ने गुरु की मत लैके सत संगत कीती, नाम जपिया, उन्हां दे उपर ये माया अपना प्रभाव नहीं पा सकी। इस संसार दे विच जीव नूं अपने लक्ष्य तो दूर करन वाली ये माया बड़े प्रबल जोर वाली है। इन्ना होर कोई रुकावट नहीं पांदा मनुख दे अध्यात्मक जीवन दे विच जिन्ना माया पांदी है। माया दे बहुत रूप हैं, ये साडा शरीर भी माया है।
ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੁਰੂ ਦੀ ਮੱਤ ਲੈ ਕੇ ਜੀਵ ਸੰਸਾਰ ਵਿੱਚ ਰਹਿੰਦਾ ਹੋਇਆ, ਮਾਇਆ ਵਿੱਚ ਰਹਿੰਦਾ ਹੋਇਆ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ। ਬੜਾ ਸੋਹਣਾ ਗੁਰਬਾਣੀ ਦੇ ਵਿੱਚ ਪ੍ਰਮਾਣ ਦਿੱਤਾ ਹੈ ਮਹਾਰਾਜ ਜੀ ਨੇ ਕਿ ਜਿਵੇਂ ਜਲ ਦੇ ਵਿੱਚ ਮੁਰਗਾਬੀ ਰਹਿੰਦੀ ਹੈ, ਉਹ ਪਾਣੀ ਵਿੱਚ ਤਰਦੀ ਵੀ ਹੈ, ਪਾਣੀ ਵਿੱਚ ਚੁੱਭੀ ਵੀ ਲਾ ਲੈਂਦੀ ਹੈ, ਪਰ ਉਹਦੇ ਪੰਖ ਨਹੀਂ ਡੁੱਬਦੇ ਕਿਉਂਕਿ ਉਹਦੇ ਕੋਲ ਇੱਕ ਜੁਗਤੀ ਹੈ। जैसे जल में कमल निराले मुरगाबी निशाने, जिमें जल दे विच कमल रहिंदा पर डुबदा नहीं है, जिमें मुरगाबी पानी दे विच जल दे विच रहिंदी है, पानी दे विच भी चली जाती है पर डुबदी नहीं है, क्योंकि ਉਹਦੇ ਕੋਲ ਜੁਗਤੀ ਹੈ। ਉਹਦੇ ਪੰਖਾਂ ਦੇ ਵਿੱਚ ਐਸੀ ਪਰਮਾਤਮਾ ਨੇ ਜੁਗਤ ਪਾਈ ਹੈ, ਉਹ ਗਿੱਲੇ ਨਹੀਂ ਹੁੰਦੇ, ਜਿਸ ਕਰਕੇ ਉਹ ਡੁੱਬਦੀ ਨਹੀਂ ਹੈ, ਉਹਦੇ ਕੋਲ ਜੁਗਤੀ ਹੈ। ਇਸੇ ਤਰ੍ਹਾਂ ਇਹ ਸਾਰਾ ਸੰਸਾਰ, ਇਹ ਜਿਹੜੇ ਪਦਾਰਥ ਨੇ, ਇਹ ਮਾਇਆ ਦਾ ਜਲ ਹੈ, ਜਿਸ ਬਾਬਤ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਹੈ ਕਿ ਜਿਹੜਾ ਮਨੁੱਖ ਗੁਰੂ ਦਾ ਸ਼ਬਦ, ਗੁਰੂ ਦਾ ਬਚਨ ਕਮਾ ਲਵੇਗਾ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਉਹਨੂੰ ਮਾਇਆ ਦਾ ਜਲ ਡੋਬ ਨਹੀਂ ਸਕੇਗਾ, ਉਹ ਪਦਾਰਥਾਂ ਵਿੱਚ ਕਦੇ ਫਸ ਕੇ ਆਪਣਾ ਜੀਵਨ ਨਹੀਂ ਗਵਾਏਗਾ, ਉਹਨੂੰ ਵਿਸ਼ੇ ਵਿਕਾਰਾਂ ਰੂਪੀ ਚੋਰ ਡਾਕੂ ਲੁੱਟ ਨਹੀਂ ਸਕਣਗੇ, ਔਰ ਤ੍ਰਿਸ਼ਨਾ ਦੀ ਅੱਗ ਉਹਨੂੰ ਸਾੜ ਨਹੀਂ ਸਕੇਗੀ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਮਨੁੱਖ ਦੇ ਧਨ ਨੂੰ, ਜਿਹੜਾ ਦੁਨਿਆਵੀ ਧਨ ਹੈ, ਇਹਨੂੰ ਵੀ ਤਿੰਨ ਤਰ੍ਹਾਂ ਕਰਕੇ ਖਤਰਾ ਹੈ। ਕਿਤੇ ਫਲੱਡ ਆ ਜਾਣ, ਪਾਣੀ ਕਿਤੇ ਬਹੁਤ ਹੜ੍ਹਾਂ ਦਾ ਰੂਪ ਧਾਰਨ ਕਰ ਲਵੇ, ਵਸਦੇ ਵਸਾਏ ਸ਼ਹਿਰ, ਫਸਲਾਂ, ਪਸ਼ੂ, ਬਹੁਤ ਪ੍ਰੋਪਰਟੀ ਦਾ ਨੁਕਸਾਨ ਹੋ ਜਾਂਦਾ ਹੈ, ਬਰਬਾਦ ਹੋ ਜਾਂਦੀ ਬਿਲਕੁਲ। ਦੂਸਰਾ ਜਿਹੜਾ ਖਤਰਾ ਹੈ ਉਹ ਹੈ ਚੋਰ ਡਾਕੂਆਂ ਤੋਂ। ਉਹ ਕੋਈ ਰਾਜਾ ਵੀ ਹੋ ਸਕਦਾ, ਕੋਈ ਰਾਜਾ ਵੀ ਤੁਹਾਡੇ ਧਨ ਨੂੰ ਲੁੱਟ ਸਕਦਾ ਹੈ, ਜਿਹੜਾ ਤੁਹਾਡੇ ਧਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਕੋਲੋਂ ਖੋਹ ਲਵੇ। ਤੀਸਰਾ, ਸਾਡੇ ਧਨ ਨੂੰ ਖਤਰਾ ਹੈ ਕਿਤੇ ਅੱਗ ਲੱਗ ਜਾਵੇ। ਆਪਾਂ ਵੇਖਦੇ ਹਾਂ ਫੈਕਟਰੀਆਂ ਦੀਆਂ ਫੈਕਟਰੀਆਂ ਬਰਬਾਦ ਹੋ ਜਾਂਦੀਆਂ ਨੇ, ਫਸਲਾਂ ਸੜ ਕੇ ਸਵਾਹ ਹੋ ਜਾਂਦੀਆਂ ਨੇ, ਔਰ ਮਨੁੱਖ ਦਾ ਸਰੀਰ ਵੀ ਕਿਤੇ ਅੱਗ ਵਿੱਚ ਚਲਾ ਜਾਵੇ ਅਤੇ ਇਸ ਕੀਮਤੀ ਸਰੀਰ ਨੂੰ ਵੀ ਅੱਗ ਸਾੜ ਕੇ ਖਾਕ ਕਰ ਦਿੰਦੀ ਹੈ। ਜਿਵੇਂ ਸਾਡੀ ਇਹ ਬਾਹਰਲੀ ਸੰਪਦਾ ਨੂੰ, ਸਰੀਰ ਤੋਂ ਲੈ ਕੇ ਜੋ ਵੀ ਸਾਡੇ ਕੋਲ ਸੰਪਦਾ, ਉਹਨੂੰ ਤਿੰਨ ਤਰ੍ਹਾਂ ਕਰਕੇ ਖਤਰਾ ਹੈ। ਪਾਣੀ ਡੁੱਬ ਸਕਦਾ ਹੈ, ਪਾਣੀ ਵਿੱਚ ਡੁੱਬ ਕੇ ਮਨੁੱਖ ਵੀ ਮਰ ਜਾਂਦੇ ਨੇ, ਪਸ਼ੂ ਪੰਛੀ ਵੀ। ਫਿਰ ਚੋਰ ਡਾਕੂ ਔਰ ਅੱਗ। ਇਸੇ ਤਰ੍ਹਾਂ ਸਾਡਾ ਜਿਹੜਾ ਆਤਮਿਕ ਧਨ ਹੈ, ਅਧਿਆਤਮਿਕ ਜਿਹੜਾ ਹੈ, ਉਹਨੂੰ ਵੀ ਤਿੰਨ ਤਰ੍ਹਾਂ ਕਰਕੇ ਖਤਰਾ ਹੈ। ਮਨੁੱਖ ਨਿਤਨੇਮ ਕਰਦਾ ਹੈ, ਬਾਣੀ ਪੜ੍ਹਦਾ ਹੈ, ਗਰੀਬੀ ਹੈ, ਜਾਂ ਕੋਈ ਕਾਰਜ ਰੁਕੇ ਹੋਏ ਨੇ ਅਤੇ ਬਾਣੀ ਪੜ੍ਹ ਰਿਹਾ ਹੈ, ਕਾਰਜ ਹੋ ਨਹੀਂ ਰਹੇ, ਬਾਣੀ ਪੜ੍ਹ ਰਿਹਾ ਹੈ ਬੜੀ ਭਾਵਨਾ ਨਾਲ, ਔਰ ਸਮਾਂ ਉਦੋਂ ਨਿਕਲ ਆਉਂਦਾ ਗੁਰੂ ਵਾਸਤੇ ਵੀ, ਸੰਗਤ ਵਿੱਚ ਵੀ ਆ ਜਾਂਦਾ ਹੈ, ਸਤ ਸੰਗਤ ਵੀ ਕਰ ਲੈਂਦਾ ਹੈ, ਸੇਵਾ ਵੀ ਕਰ ਲੈਂਦਾ ਹੈ। ਕਾਰਜ ਰਾਸ ਹੋ ਗਏ, ਪਦਾਰਥ ਘਰ ਵਿੱਚ ਬਹੁਤ ਆ ਗਏ, ਹੁਣ ਸੁੱਤਾ ਹੀ ਨਹੀਂ ਉੱਠਦਾ, ਇਹਨੂੰ ਪਦਾਰਥਾਂ ਦੇ ਜਲ ਨੇ ਡੋਬ ਕੇ ਰੱਖ ਦਿੱਤਾ ਹੈ। ਫਿਰ ਪਦਾਰਥ ਬਹੁਤ ਆ ਗਏ, ਧਨ ਬਹੁਤ ਆ ਗਿਆ, ਕਹਿੰਦਾ ਚਲੋ ਪੱਬ ਵਿੱਚ ਜਾਈਏ, ਕਲੱਬ ਦੇ ਵਿੱਚ ਜਾਈਏ, ਕਿਤੇ ਹੋਰ ਜਾਈਏ, ਇਸ ਤਰ੍ਹਾਂ ਦੇ ਕੰਮ ਵੀ ਕਰਨ ਲੱਗ ਜਾਂਦਾ ਹੈ।
ਉਹ ਕਾਮ ਕ੍ਰੋਧ ਲੋਭ ਮੋਹ ਡਾਕੂ ਇਹਨੂੰ ਲੁੱਟ ਲੈਂਦੇ ਨੇ। ਇਹਦਾ ਅਧਿਆਤਮਕ ਧਨ ਨਿਤਨੇਮ ਲੁੱਟ ਲਿਆ, ਸਤ ਸੰਗਤ ਦਾ ਸਮਾਂ ਹੋ ਗਿਆ। ਔਰ ਇਸੇ ਤਰ੍ਹਾਂ ਜਾਂ ਫਿਰ ਇਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗ ਗਈ, ਹੋਰ ਇਹ ਥੋੜ੍ਹੇ ਨੇ ਹੋਰ ਇਕੱਠੇ ਕਰ ਲਵਾਂ, ਹੋਰ ਕਰ ਲਵਾਂ, ਤੋ ਇਹ ਮਾਇਆ ਦਾ ਪ੍ਰਭਾਵ ਹੈ। ਪਰ ਸਤਿਗੁਰੂ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਦਾ ਬਚਨ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਜੀਵ ਦੇ ਨਾਲ ਰਹਿੰਦਾ। ਜੇਕਰ ਗੁਰੂ ਦੇ ਉਪਦੇਸ਼ ਨੂੰ ਇਹ ਕਮਾ ਲਵੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਜੇਕਰ ਆਪਣੇ ਜੀਵਨ ਵਿੱਚ ਪਹਿਲਾ ਸਥਾਨ ਗੁਰੂ ਦੇ ਉਪਦੇਸ਼ ਨੂੰ ਦੇ ਕੇ ਰੱਖੇ, ਵੀ ਪਹਿਲਾਂ ਗੱਲ ਗੁਰੂ ਦੀ ਮੰਨੀ, ਜੋ ਗੁਰੂ ਨੇ ਆਖਿਆ, ਬਾਕੀ ਕੰਮ ਬਾਅਦ ਵਿੱਚ ਕਰਨਾ ਹੈ, ਤੋ ਇਸ ਤਰ੍ਹਾਂ ਦਾ ਮਨੁੱਖ ਸਫਲ ਹੋ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਮਾਇਆ ਐਸੀ, ਇਹਨੂੰ ਐਵੇਂ ਨਾ ਸਮਝ ਲੈਣਾ, ਇਹਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ ਵਰਗਿਆਂ ਨੂੰ ਵੀ ਛਲ ਲਿਆ ਸੀ। ਪੁਰਾਣਾਂ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਵੀ ਦੇਖੋ ਕਿਸ ਤਰ੍ਹਾਂ ਇਹਨਾਂ ਦੇਵਤਿਆਂ ਨੂੰ ਵੀ ਛਲ ਲਿਆ। ਪਰ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਲੈ ਲਈ, ਗੁਰੂ ਦਾ ਉਪਦੇਸ਼ ਕਮਾ ਲਿਆ, ਉਹ ਇਸ ਪ੍ਰਭਾਵ ਤੋਂ ਬਚ ਗਏ ਹਨ। ਮਾਇਆ ਦਾ ਪ੍ਰਭਾਵ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜੀ ਸਤਿਗੁਰੂ ਜੀ ਦੀ ਪਾਵਨ ਬਾਣੀ ਦੱਖਣੀ ਓੰਕਾਰ ਹੈ, ਉਹਦੇ ਵਿੱਚ ਮਹਾਰਾਜ ਦੱਸਦੇ ਨੇ ਆਇਆ, ਕਹਿੰਦੇ ਮਾਇਆ ਜਦੋਂ ਸੰਸਾਰ ਦੇ ਵਿੱਚ ਜੀ ਕਿਵੇਂ ਵਿਆਪਦੀ ਹੈ। ਆਏ ਬਗੂਤਾ ਜਗ ਜਮ ਪੰਥ, ਸੰਸਾਰ ਵਿੱਚ ਆਉਂਦਾ ਜੀਵ ਤੇ ਮਾਇਆ ਦਾ ਪ੍ਰਭਾਵ ਇਹਦੇ ਤੇ ਪੈ ਗਿਆ। ਇਹ ਸੰਸਾਰ ਵਿੱਚ ਆਪਣਾ ਰਸਤਾ ਭੁੱਲ ਗਿਆ, ਅਧਿਆਤਮਕ ਦਾ ਜਮਾਂ ਦੇ ਰਾਹ ਪੈ ਜਾਂਦਾ ਹੈ, ਭਾਵ ਉਸ ਤਰ੍ਹਾਂ ਦੇ ਕੰਮ ਕਰਨ ਲੱਗ ਜਾਂਦਾ ਹੈ। ਆਏ ਵਗੂਤਾ ਜਗ ਜਮ ਪੰਥ, ਵਗੂਤਾ ਖੁਆਰ ਹੋਣਾ, ਆਇਆ ਜੀਵ ਸੰਸਾਰ ਵਿੱਚ ਖੁਆਰ ਹੋ ਗਿਆ, ਖੁਆਰੀ ਦੇ ਰਸਤੇ ਪੈ ਗਿਆ। ਇਹ ਜਗ, ਇਹ ਸੰਸਾਰ ਕਰਮ ਉਸ ਤਰ੍ਹਾਂ ਦੇ ਕਰਨ ਲੱਗ ਪਿਆ। ਆਈ ਨਾ ਮੇਟਣ ਕੋ ਸਮਰੱਥ, ਜਿਹੜੀ ਮਾਇਆ ਹੈ ਇਹਦਾ ਪ੍ਰਭਾਵ ਐਸਾ, ਇਹਨੂੰ ਕਿਸੇ ਹੋਰ ਤਰੀਕੇ ਨਾਲ ਨਹੀਂ ਮਿਟਾਇਆ ਜਾ ਸਕਦਾ। ਜਿਵੇਂ ਸਾਨੂੰ ਪਿਆਸ ਲੱਗਦੀ ਹੈ ਨਾ, ਉਹ ਪਾਣੀ ਨਾਲ ਹੀ ਬੁਝੇਗੀ, ਉਹਦਾ ਹੋਰ ਕੋਈ ਤਰੀਕਾ ਨਹੀਂ ਹੈ। ਜੇ ਆਪਾਂ ਖਾਲੀ ਪਲਾਓ ਪਕਾਈਏ ਵੀ ਬੜਾ ਸੋਹਣਾ ਜਲ ਹੈ ਜੀ, ਜਾਂ ਮ੍ਰਿਗ ਤ੍ਰਿਸ਼ਨਾ ਵੇਖ ਭੇਖ ਭੁੱਲਣੇ ਉੱਠੇ ਨਗਰ ਗੰਧਰਵ, ਜਿਵੇਂ ਮ੍ਰਿਗ ਨੂੰ ਪਿਆਸ ਲੱਗਦੀ ਹੈ, ਉਹ ਦੌੜਦਾ ਹੈ ਪਾਣੀ ਦੀ ਪਿਆਸ ਵਿੱਚ, ਰੇਤਾ ਚਮਕਦੀ, ਕਹਿੰਦਾ ਉੱਥੋਂ ਮੇਰੀ ਪਿਆਸ ਬੁੱਝ ਜਾਵੇਗੀ, ਉੱਥੋਂ ਬੁੱਝ ਜਾਵੇਗੀ, ਦੌੜਿਆ ਚਲਿਆ ਜਾਂਦਾ ਹੈ। ਕਿਉਂਕਿ ਗਰਮੀ ਦੇ ਵਿੱਚ ਅਤੇ ਪੁੰਨਿਆਂ ਦੀ ਰਾਤ ਨੂੰ ਵੀ ਰੇਤਾ ਚਮਕਦੀ ਹੈ। ਉਹ ਦੌੜ ਦੌੜ ਕੇ ਆਪਣੇ ਪ੍ਰਾਣ ਗਵਾ ਲੈਂਦਾ, ਪਾਣੀ ਹੁੰਦਾ ਨਹੀਂ ਅਸਲ ਵਿੱਚ, ਉਹ ਰੇਤਾ ਚਮਕਦੀ ਹੈ। ਇਸੇ ਤਰ੍ਹਾਂ ਇਹ ਅਸਲੀ ਨਾਮ ਨੂੰ ਛੱਡ ਕੇ ਸੋਚਦਾ ਹੈ ਦੁਨੀਆ ਦੇ ਪਦਾਰਥ ਮੇਰੀ ਪਿਆਸ ਬੁਝਾ ਦੇਣਗੇ, ਤੇ ਦੌੜਦਾ ਹੈ ਕਿ ਇਸ ਤਰ੍ਹਾਂ ਦੀ ਕੋਠੀ ਹੋ ਜਾਵੇ, ਇਸ ਤਰ੍ਹਾਂ ਦੀ ਗੱਡੀ ਹੋ ਜਾਵੇ, ਇੰਨਾ ਧਨ ਹੋ ਜਾਵੇ। ਸਾਰੀ ਉਮਰ ਦਿਆਂ ਦੌੜਦਿਆਂ ਲੰਘ ਜਾਂਦੀ, ਸਮਾਂ ਹੱਥੋਂ ਲੰਘ ਜਾਂਦਾ। ਆਏ ਵਗੂਤਾ ਜਗ ਜਮ ਪੰਥ, ਆਈ ਨਾ ਮੇਟਣ ਕੋ ਸਮਰੱਥ। ਫਿਰ ਮਹਾਰਾਜ ਮਾਇਆ ਦਾ ਅੱਗੇ ਹੋਰ ਪ੍ਰਭਾਵ ਦੱਸਦੇ ਨੇ। ਆਥ ਹੋਏ ਤਾਂ ਮੁਗਧ ਸਿਆਣਾ, ਆਥ ਕਹਿੰਦੇ ਨੇ ਮਾਇਆ ਨੂੰ, ਕਹਿੰਦੇ ਮਾਇਆ ਹੋਵੇ ਤੇ ਮੂਰਖ ਬੰਦੇ ਦੇ ਘਰ ਵੀ ਮਾਇਆ ਹੋਵੇ ਤੇ ਲੋਕੀ ਉਹ ਕੋਈ ਮੂਰਖਤਾਈ ਵਾਲੀ ਗੱਲ ਕਰ ਦੇਵੇ ਨਾ, ਲੋਕੀ ਕਹਿੰਦੇ ਨਹੀਂ ਬੜੀ ਸਿਆਣੀ ਗੱਲ ਆ ਇਹਨੇ ਆਖੀ ਹੈ, ਹਾਲਾਂਕਿ ਉਹ ਮੂਰਖਤਾਈ ਵਾਲੀ ਗੱਲ ਕਰ ਰਿਹਾ ਹੁੰਦਾ ਹੈ, ਤੇ ਲੋਕ ਕਹਿੰਦੇ ਨਹੀਂ ਇਹ ਤੇ ਬੜਾ ਸਿਆਣਾ ਬੰਦਾ ਹੈ। ਆਤ ਹੋਏ ਤਾਂ ਮੁਗਧ ਸਿਆਣਾ। ਫਿਰ ਮਹਾਰਾਜ ਇਹ ਵੀ ਬਚਨ ਆਖੇ ਨੇ, ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੈ ਜਿਸ ਦੋਏ। ਆਤ ਮਾਇਆ ਜਿਹੜੀ ਹੈ ਉਹ ਸੈਲ ਕਹਿੰਦੇ ਨੇ ਪਰਬਤ, ਕਿਸੇ ਮੂਰਖ ਦੇ ਚੰਦਰੇ ਬੰਦੇ ਦੇ ਘਰ ਵਿੱਚ ਬੜੇ ਧਨ ਦੇ ਪਹਾੜ ਲੱਗੇ ਪਏ ਨੇ, ਬੜਾ ਧਨ ਹੈ,
ਆਥ ਸੈਲ ਨੀਚ ਘਰ ਹੋਏ। ਨੀਚ ਜੀ ਅੱਧਾ ਨੀਚ ਬੰਦਾ, ਬੜਾ ਕਠੋਰ ਚੰਦਰਾ ਬੰਦਾ ਅੱਤ ਦਾ। ਤੇ ਉਹਦੇ ਅੱਗੇ ਦੋਵੇਂ ਤਰ੍ਹਾਂ ਦੇ ਲੋਕ ਨਿਭ ਜਾਂਦੇ ਨੇ। ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੈ ਜਿਸ ਦੋਏ। ਉਹਦੇ ਅੱਗੇ ਪੜ੍ਹੇ ਲਿਖੇ ਵੀ ਝੁਕ ਜਾਂਦੇ ਨੇ, ਬੜੇ ਬੜੇ ਵਿਦਵਾਨ, ਅਨਪੜ੍ਹ ਵੀ, ਗਰੀਬ ਵੀ, ਅਮੀਰ ਵੀ। ਮਾਇਆ ਦਾ ਪ੍ਰਭਾਵ ਐਸਾ ਹੈ, ਇਹਦੇ ਬਾਰੇ ਵਿਦਵਾਨ ਇਸ ਤਰ੍ਹਾਂ ਵੀ ਕਹਿੰਦੇ ਨੇ, ਮਾਇਆ ਦੇ 3 ਨਾਮ ਦੱਸੇ ਨੇ। ਮਾਇਆ ਤੇਰੇ 3 ਨਾਮ, ਪਰਸੂ ਪਰਸਾ ਪਰਸਰਾਮ। ਮਾਇਆ ਦੇ 3 ਪ੍ਰਭਾਵ ਨੇ। ਇਹ ਸਾਡਾ ਸਰੀਰ ਮਾਇਆ ਹੈ, ਹਰ ਇੱਕ ਦਾ ਸਰੀਰ ਮਾਇਆ, ਭਾਵੇਂ ਗਰੀਬ ਹੈ ਅਮੀਰ ਹੈ। ਗਰੀਬ ਬੰਦੇ ਦੇ ਕੋਲ ਕੋਈ ਧਨ ਕੋਈ ਸੰਪਦਾ ਨਹੀਂ, ਉਹਨੂੰ ਲੋਕੀ ਪਰਸੂ ਪਰਸੂ ਕਹਿੰਦੇ ਨੇ, ਕਿਉਂਕਿ ਧਨ ਨਹੀਂ ਹੈ ਕੋਲ। ਜਦੋਂ ਉਹਨੇ ਕੁਝ ਮਿਹਨਤ ਕੀਤੀ ਕਿਸੇ ਵੀ ਪਾਸੇ ਤੋਂ, ਉਹਦੇ ਕੋਲ ਧਨ ਆਉਣ ਲੱਗ ਪਿਆ, ਘਰ ਵਧੀਆ ਬਣਾ ਲਿਆ, ਥੋੜ੍ਹਾ ਜਿਹਾ ਵਧੀਆ ਪਦਾਰਥ ਸੌਖਾ ਹੋ ਗਿਆ, ਤੇ ਲੋਕ ਪਰਸੂ ਜੀ ਕਹਿਣ ਲੱਗ ਪਏ, ਪਰਸਾ ਜੀ ਕਹਿਣ ਲੱਗ ਪਏ, ਸਤਿਕਾਰ ਦੇਣ ਲੱਗ ਪਏ ਥੋੜ੍ਹਾ ਜਿਹਾ। ਅਸਲ ਵਿੱਚ ਉਹਨੂੰ ਸਤਿਕਾਰ ਨਹੀਂ ਦੇ ਰਹੇ, ਸਤਿਕਾਰ ਦੇ ਰਹੇ ਨੇ ਮਾਇਆ ਨੂੰ। ਉਹਨੇ ਹੋਰ ਮਿਹਨਤ ਕੀਤੀ, ਬਹੁਤ ਧਨ ਹੋ ਗਿਆ, ਬਹੁਤ ਧਨ ਹੋ ਗਿਆ। ਉਸੇ ਨਗਰ ਦੇ ਵਿੱਚ ਹੁਣ ਉਹਨੂੰ ਪਰਸੂਰਾਮ ਜੀ ਕਹਿਣ ਲੱਗ ਪਏ। ਪਰਸੂ ਪਰਸਾ ਪਰਸਰਾਮ, ਇਹ ਮਾਇਆ ਦਾ ਪ੍ਰਭਾਵ ਹੈ। ਸਰੀਰ ਮਾਇਆ ਹੈ। ਫਿਰ ਜਦੋਂ ਮਾਇਆ ਕੋਲ ਆਈ, ਪਰਸੂ ਜੀ ਕਹਿਣ ਲੱਗ ਪਏ, ਫਿਰ ਪਰਸਾ ਰਾਮ ਜੀ ਕਹਿਣ ਲੱਗ ਪਏ। ਕਹਿੰਦੇ ਕੋਈ ਕੰਮ ਕਰਨਾ ਹੈ ਕਲੋਨੀ ਵਿੱਚ, ਸ਼ਹਿਰ ਵਿੱਚ, ਨਗਰ ਵਿੱਚ, ਪਿੰਡ ਵਿੱਚ, ਜਿਹਦੇ ਕੋਲ ਧਨ ਬਹੁਤਾ ਹੋਵੇ ਨਾ, ਉਹਨੂੰ ਕਹਿੰਦੇ ਪੁੱਛੋ ਬਈ, ਉਹਨੂੰ ਬੁਲਾਓ, ਉਹਦੀ ਸਲਾਹ ਜ਼ਰੂਰ ਲਵੋ। ਅਸਲ ਵਿੱਚ ਉਸ ਬੰਦੇ ਦੀ ਕਦਰ ਨਹੀਂ, ਕਦਰ ਉਹਦੀ ਮਾਇਆ ਦੀ। ਇਹ ਮਾਇਆ ਦਾ ਪ੍ਰਭਾਵ ਐਸਾ ਹੈ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ, ਆਸਾ ਇੱਕ ਤੁਕੇ 4। ਆਸਾ ਰਾਗ ਦੇ ਵਿੱਚ ਇੱਕ ਤੁਕੇ 4, ਇਹਨੂੰ ਚੌਥਾ ਨਹੀਂ ਕਹਿਣਾ ਹੈ। ਜਿਹੜੀਆਂ ਸੰਗਤਾਂ ਪਾਠ ਕਰਦੀਆਂ ਨੇ, ਇੱਕ ਤੁਕੇ 4, ਇੱਕ ਤੁਕ ਵਾਲੇ, ਇਹ 4 ਸ਼ਬਦ ਇੱਥੇ ਆਉਣੇ ਹਨ। ਇਹ 4 ਲਿਖਣ ਦਾ ਭਾਵ ਕੀ ਹੈ? ਲਿਖਿਆ ਚੌਥਾ ਹੈ, ਅੰਕ 4 ਪਾਇਆ, ਇਹਦਾ ਭਾਵ ਇਹਨੂੰ 4 ਬੋਲਣਾ ਵੀ। ਇਹ 4 ਸ਼ਬਦ ਆਉਣਗੇ ਇੱਕ ਤੁਕੇ ਵਾਲੇ। ਆਸਾ ਇੱਕ ਤੁਕੇ 4, ਇਹਨੂੰ 4 ਹੀ ਬੋਲਣਾ ਹੈ। ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨੂੰ ਮਹਾਦੇਵ ਛਲੀਆ। ਇਹ ਸਰਪਣੀ ਮਾਇਆ ਨੂੰ ਸਰਪਣੀ ਆਖਿਆ ਗਿਆ ਹੈ, ਕਿਉਂਕਿ ਜਿਵੇਂ ਸਪਣੀ ਜਿਹੜੀ ਹੈ ਉਹ ਆਪਣੇ ਜਾਇਆਂ ਨੂੰ ਆਪ ਹੀ ਖਾ ਜਾਂਦੀ ਹੈ। ਸਪਣੀ ਮਾਇਆ ਨੂੰ ਕਿਉਂ ਆਖਿਆ ਗਿਆ ਹੈ? ਹੋਰ ਕੋਈ ਪ੍ਰਮਾਣ ਕਿਉਂ ਨਹੀਂ ਦਿੱਤਾ? ਸਪਣੀ ਆਪਣੇ ਜਦੋਂ ਸਪੋਲੀਆਂ ਨੂੰ ਜਨਮ ਦਿੰਦੀ ਹੈ ਨਾ, ਉਹਦੇ ਆਂਡਿਆਂ ਵਿੱਚ ਜਦੋਂ ਬੱਚੇ ਸੱਪ ਨਿਕਲਦੇ ਨੇ, ਸਪੋਲੀਏ, ਜਿਹੜੇ ਭੱਜ ਕੇ ਨਿਕਲ ਗਏ, ਨਹੀਂ ਤੇ ਉਹ ਆਪ ਹੀ ਖਾ ਜਾਂਦੀ ਹੈ। ਇਸੇ ਤਰ੍ਹਾਂ ਇਹ ਮਾਇਆ ਤੋਂ, ਸਾਡਾ ਮਾਇਆ ਕਰਕੇ ਜਨਮ ਹੋਇਆ ਹੈ, ਮਾਇਆ ਦੇ ਪ੍ਰਭਾਵ ਕਰਕੇ, ਤੇ ਇਹ ਮਾਇਆ ਹੀ ਸਾਨੂੰ ਖਾ ਜਾਂਦੀ, ਸਾਡੇ ਜੀਵਨ ਨੂੰ ਖਾ ਜਾਂਦੀ ਹੈ। ਇਸ ਕਰਕੇ ਮਾਇਆ ਨੂੰ ਸਰਪਣੀ ਆਖਿਆ ਗਿਆ ਹੈ। ਕੁੰਡਲਨੀ ਮਾਰ ਕੇ ਬੈਠੀ ਰਹਿੰਦੀ ਹੈ। ਜਦੋਂ ਆਂਡਿਆਂ ਵਿੱਚੋਂ ਸਪੋਲੀਏ ਨਿਕਲਦੇ ਨੇ, ਸਮਾਂ ਆਉਂਦਾ ਹੈ, ਆਪ ਹੀ ਉਹਨਾਂ ਨੂੰ ਖਾਣ ਲੱਗ ਜਾਂਦੀ ਹੈ। ਇਹ ਮਾਇਆ ਕਰਕੇ ਹੀ ਸਰੀਰ ਬਣਿਆ, ਤੇ ਮਾਇਆ ਦੇ ਭੋਗ ਹੀ ਸਰੀਰ ਨੂੰ ਖਾ ਜਾਂਦੇ ਨੇ। ਇਸ ਸਰੀਰ ਦੇ ਜੀਵਨ ਨੂੰ ਖਤਮ ਕੌਣ ਕਰਦਾ ਹੈ? ਸਾਡੇ ਇਹ ਮਾਇਆ ਦਾ ਪ੍ਰਭਾਵ ਹੀ ਹੈ। ਇਸ ਕਰਕੇ ਇਹਨੂੰ ਤਾਂ ਬਾਣੀ ਵਿੱਚ ਸਰਪਣੀ ਆਖਿਆ ਗਿਆ। ਇਹਦਾ ਕਾਰਨ ਇਹ ਹੈ, ਇਹ ਸਰਪਣੀ ਐਸੀ ਬਲ ਵਾਲੀ ਹੈ, ਜਿਨ ਬ੍ਰਹਮਾ ਵਿਸ਼ਨੂੰ ਮਹਾਦੇਵ ਛਲੀਆ। ਬ੍ਰਹਮਾ ਜੀ ਨੂੰ ਛਾਲਿਆ। ਬ੍ਰਹਮੇ ਨੂੰ ਕਦੋਂ ਛਲਿਆ? ਜਦੋਂ ਤੁਸੀਂ ਪੁਰਾਣਾਂ ਨੂੰ ਪੜ੍ਹੋਗੇ ਨਾ, ਬ੍ਰਹਮਾ ਇੱਕ ਦਿਨ ਸ਼ਿੰਗਾਰ ਰਸ ਦੀ ਕਥਾ ਕਰ ਰਿਹਾ ਸੀ। ਇਹਦੀ ਧੀ ਸੀ ਨੌਜਵਾਨ ਸਰਸਵਤੀ, ਹੋਰ ਰਿਸ਼ੀ ਮੁਨੀ ਦੇਵਤੇ ਦੀ ਕਥਾ ਸੁਣ ਰਹੇ ਨੇ। ਸ਼ਿੰਗਾਰ ਰਸ ਦੀ ਕਥਾ ਕਰਦਿਆਂ ਕਰਦਿਆਂ ਇਹਦਾ ਧਿਆਨ ਆਪਣੀ ਹੀ ਪੁੱਤਰੀ 'ਤੇ ਜਾ ਪਿਆ।
ਉਹਦਾ ਰੂਪ ਵੇਖ ਕੇ ਲੁਭਾਏਮਾਨ ਹੋ ਗਿਆ, ਵਾਸ਼ਨਾ ਜਾਗ ਪਈ ਔਰ ਉਹਦੇ ਵੱਲ ਦੇਖੀ ਜਾ ਰਿਹਾ ਹੈ ਮਾੜੀ ਨਿਗਾਹ ਨਾਲ। ਉਸ ਬੱਚੀ ਨੇ ਕੀ ਕੀਤਾ, ਪਰਾਂ ਸਾਈਡ ਤੇ ਹੋ ਗਈ ਉੱਠ ਕੇ, ਪਰ ਫਿਰ ਵੀ ਇਹ ਹਟਿਆ ਨਹੀਂ। ਇਹ ਕਹਿੰਦੇ ਹਨ ਉੱਥੇ ਇਹਨੇ ਆਪਣੇ ਪਹਿਲਾਂ ਇੱਕ ਮੂੰਹ ਸੀ, ਜਿਹੜੇ ਪਾਸੇ ਜਾ ਕੇ ਬੈਠਦੀ ਇੱਕ ਮੂੰਹ ਉੱਧਰ ਲਾ ਲਿਆ, ਚਾਰੇ ਪਾਸੇ ਮੂੰਹ ਲਾ ਲਏ, ਜਿੱਥੇ ਵੀ ਜਾ ਕੇ ਉਹ ਪਿੱਛੇ ਜਾ ਕੇ ਬੈਠ ਗਈ ਪਿੱਛੇ ਵੀ ਮੂੰਹ ਲਾ ਲਿਆ। ਕਹਿੰਦੇ ਉਹ ਆਕਾਸ਼ ਵਿੱਚ ਉੱਡ ਗਈ ਤੇ ਇਹਨੇ ਆਕਾਸ਼ ਵਾਲੇ ਪਾਸੇ ਵੀ ਮੂੰਹ ਲਾ ਲਿਆ। ਉਹ ਸ਼ਿਵ ਜੀ ਭੋਲੇਨਾਥ ਦੀ ਆਰਾਧਨਾ ਕਰਦੀ ਸੀ, ਉਹਨੇ ਆਰਾਧਨਾ ਕੀਤੀ ਵੀ ਮੇਰੀ ਇੱਜ਼ਤ ਰੱਖੋ। ਤਾਂ ਉਸ ਸਮੇਂ ਫਿਰ ਸ਼ਿਵ ਜੀ ਭੋਲੇਨਾਥ ਨੇ ਆਪਣੇ ਤਰਸ਼ੂਲ ਨਾਲ ਇਹਦਾ ਬ੍ਰਹਮੇ ਦਾ ਉਹ ਪੰਜਵਾਂ ਸਿਰ ਵੱਢ ਦਿੱਤਾ। ਇਹ ਜਿਹੜਾ ਕਪਾਲ ਮੋਚਨ ਤੀਰਥ ਹੈ ਇਹ ਵੀ ਤਾਂ ਬਣਿਆ ਕਿਉਂਕਿ ਉਹ ਫਿਰ ਤਰਸ਼ੂਲ ਨਾਲੋਂ ਸਿਰ ਲਹਿੰਦਾ ਨਹੀਂ ਸੀ। ਇੱਥੇ ਕਪਾਲ ਮੋਚਨ ਤੀਰਥ ਆ ਕੇ ਉਹ ਸਿਰ ਲੱਥਾ, ਇਹਦਾ ਨਾਮ ਵੀ ਕਪਾਲ ਮੋਚਨ ਤਾਂ ਹੈ। ਐਸੀ ਇਹ ਮਾਇਆ ਹੈ, ਜਦੋਂ ਪ੍ਰਭਾਵ ਪਾਉਂਦੀ ਵੇਖੋ ਕੈਸਾ ਬ੍ਰਹਮਾ ਚਾਰ ਵੇਦਾਂ ਨੂੰ ਰਚਣ ਵਾਲਾ ਔਰ ਬੜਾ ਗਿਆਨਵਾਨ, ਇਹਦੇ 'ਤੇ ਜਦੋਂ ਮਾਇਆ ਦਾ ਪ੍ਰਭਾਵ ਪਿਆ ਆਪਣੀ ਹੀ ਧੀ ਦਾ ਰੂਪ ਵੇਖ ਕੇ ਮਨ ਵਿੱਚ ਮੰਦੀ ਵਾਸ਼ਨਾ ਜਾਗ ਪਈ। ਜਿਹੜਾ ਵਿਸ਼ਨੂੰ ਜੀ ਹੈ ਇਹਨਾਂ ਨੂੰ ਵੀ ਮਾਇਆ ਨੇ ਛਾਲਿਆ। ਜਿਹੜਾ ਇਹ ਜਲੰਧਰ ਸ਼ਹਿਰ ਹੈ ਨਾ, ਜਲੰਧਰ ਸ਼ਹਿਰ, ਇਹ ਜਲੰਧਰ ਨਾਮ ਦਾ ਇੱਕ ਦੈਂਤ ਹੋਇਆ ਹੈ, ਰਾਜਾ ਸੀ ਬੜਾ, ਉਹਨੂੰ ਦੈਂਤ ਤਾਂ ਕਿਹਾ, ਦੈਂਤਾਂ ਵਾਲੇ ਕੰਮ ਕਰਦਾ ਸੀ। ਉਹਦੀ ਜਿਹੜੀ ਇਸਤਰੀ ਸੀ ਬਿੰਦਰਾ, ਉਹ ਬੜੇ ਸੱਤ ਵਾਲੀ ਸੀ, ਬੜੀ ਬੰਦਗੀ ਵਾਲੀ ਸੀ। ਜਦੋਂ ਉਹ ਜੰਗ ਨੂੰ ਜਾਂਦਾ ਸੀ, ਕਿਤੇ ਮੁਹਿੰਮ 'ਤੇ ਜਾਣਾ, ਉਹਨੇ ਚੌਂਕੜਾ ਮਾਰ ਕੇ ਬੈਠ ਜਾਣਾ ਪਰਮਾਤਮਾ ਦੀ ਆਰਾਧਨਾ ਦੇ ਵਿੱਚ। ਜਦੋਂ ਤੱਕ ਮੁਹਿੰਮ ਜਿੱਤ ਕੇ ਨਹੀਂ ਆਉਣਾ ਉਹਨੇ ਆਸਣ 'ਤੇ ਬੈਠੇ ਰਹਿਣਾ ਹੈ, ਪਰਮਾਤਮਾ ਦੀ ਆਰਾਧਨਾ ਕਰੀ ਜਾਣੀ। ਇਸ ਕਰਕੇ ਇਸ ਜਲੰਧਰ ਦੈਂਤ ਨੂੰ ਕਦੇ ਹਾਰ ਨਹੀਂ ਸੀ ਹੋਈ, ਕਿਉਂਕਿ ਇਹਦੀ ਪਤਨੀ ਦੀ ਭਗਤੀ ਇੰਨੀ ਸੀ, ਇੰਨੀ ਉਹ ਸੱਤਵਾਦੀ ਸੀ। ਤੇ ਵਿਸ਼ਨੂੰ ਨੇ ਫਿਰ ਜਦੋਂ ਇੱਕ ਵਾਰੀ ਦੇਵਤਿਆਂ ਨਾਲ ਲੜਾਈ ਹੋਣ ਵਾਲੀ ਸੀ, ਉਹਨਾਂ ਨੇ ਆਖਿਆ ਅਸੀਂ ਇਹਨੂੰ ਜਿੱਤ ਨਹੀਂ ਸਕਦੇ ਜਲੰਧਰ ਦੈਂਤ ਨੂੰ, ਕਿਉਂਕਿ ਬੜੇ ਬਲ ਵਾਲਾ। ਫਿਰ ਇਹਦੀ ਇਸਤਰੀ ਉਹਦੀ ਪਾਵਰ ਕਰਕੇ ਕਿਸੇ ਕੋਲੋਂ ਇਹ ਹਾਰਦਾ ਨਹੀਂ ਹੈ। ਤਾਂ ਵਿਸ਼ਨੂੰ ਨੇ ਫਿਰ ਜਲੰਧਰ ਦੈਂਤ ਦਾ ਰੂਪ ਬਣਾ ਕੇ ਇਹਦੀ ਇਸਤਰੀ ਦੇ ਸੱਤ ਨੂੰ ਭੰਗ ਕੀਤਾ। ਇਸ ਵਿਸ਼ਨੂੰ ਨੂੰ ਛਲਿਆ ਗਿਆ। ਇਹ ਜਿਹੜੀ ਠਾਕਰਾਂ ਦੀ ਪੂਜਾ ਹੁੰਦੀ, ਠਾਕਰ ਕਦੇ ਦਾ ਇਤਿਹਾਸ ਪੜ੍ਹੋ, ਮਾਫ ਕਰਨਾ ਇੱਥੇ ਹੁਣ ਇਹ ਸ਼ਬਦ ਆਇਆ ਤਾਂ ਵਚਨ ਕਰ ਰਹੇ ਹਾਂ। ਜਿਹੜੀਆਂ ਇਹ ਵੇਦਾਂ ਵਿੱਚ ਪੁਰਾਣਾਂ ਵਿੱਚ ਇਹ ਗੱਲਾਂ ਲਿਖੀਆਂ ਨੇ, ਜਿਨ੍ਹਾਂ ਨੂੰ ਕਹਿੰਦੇ ਬੜੇ ਵੱਡੇ ਗ੍ਰੰਥ ਨੇ, ਉਹਨਾਂ ਨੂੰ ਪੜ੍ਹਦਿਆਂ ਵੀ ਸ਼ਰਮ ਆਉਂਦੀ ਹੈ, ਕਿਉਂਕਿ ਇਸ ਤਰ੍ਹਾਂ ਦੇ ਇਹਨਾਂ ਦੇ ਵਿੱਚ ਵਾਕਿਆ ਲਿਖੇ ਹੋਏ ਨੇ। ਇੱਕ ਮਹਾਤਮਾ ਹੋਏ ਨੇ ਸਵਾਮੀ ਤੀਰਥ ਸਵਾਮੀ ਦੰਡੀ ਸੰਨਿਆਸੀ, ਦੰਡਿਆਂ ਸੰਨਿਆਸੀਆਂ ਦਾ ਇੱਕ ਪੰਥ ਹੈ ਦੰਡੀ। ਉਹ ਮਹਾਤਮਾ ਹੋਏ, ਉਹਨਾਂ ਨੇ ਇਹ ਜਿਹੜਾ ਆਪਣੇ ਇੱਥੇ ਟੋੜਾ ਪਿੰਡ ਨਾ, ਟੋੜਾ ਪਿੰਡ ਇੱਥੋਂ ਦੇ ਸਨ ਉਹ ਮਹਾਤਮਾ, ਹੁਣ ਤਾਂ ਚੜ੍ਹਾਈ ਕਰ ਗਏ ਨੇ, ਬਹੁਤ ਪੁਰਾਣੀ ਗੱਲ ਹੈ। ਉਹਨਾਂ ਨੇ ਸਾਰੇ ਵੇਦ ਪੜ੍ਹੇ, ਪੁਰਾਣ ਪੜ੍ਹੇ, ਬੜੇ ਡੂੰਘੇ ਵਿਦਵਾਨ, ਬੜੀ ਉਹਨਾਂ ਨੇ ਜਾਣਕਾਰੀ ਲਈ। ਅਤੇ ਫਿਰ ਉਹਨਾਂ ਨੇ ਇੱਕ ਗ੍ਰੰਥ ਲਿਖਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜ੍ਹੀ ਉਹਨਾਂ ਨੇ। ਅਤੇ ਉਹਨਾਂ ਦੀ ਇੱਕ ਕਿਤਾਬ ਮਿਲਦੀ ਹੈ ਸਰਬੋਤਮ ਗ੍ਰੰਥ ਔਰ ਸਰਬੋਤਮ ਪੰਥ, ਸ਼੍ਰੀ ਗੁਰੂ ਗ੍ਰੰਥ ਅਤੇ ਖਾਲਸਾ ਪੰਥ। ਸਾਰੇ ਹਿੰਦੂ ਧਰਮ ਦੇ ਗ੍ਰੰਥਾਂ ਨੂੰ ਪੜ੍ਹ ਕੇ ਉਹ ਇਸ ਗੱਲ 'ਤੇ ਆਇਆ, ਕਹਿੰਦਾ ਇਹਨਾਂ ਗ੍ਰੰਥਾਂ ਨੂੰ ਤੁਸੀਂ ਉੱਤਮ ਕਹਿੰਦੇ ਹੋ, ਜਿਹਦੇ ਵਿੱਚ ਸ਼ਰਾਬ ਪੀਣ ਵਾਸਤੇ ਆਖਿਆ। ਵੇਦਾਂ ਵਿੱਚ ਵੀ ਸ਼ਰਾਬ ਪੀਣ ਦਾ ਹੁਕਮ ਹੈ, ਮਾਸ ਖਾਣ ਦਾ, ਗਊ ਦਾ ਮਾਸ ਖਾਣ ਦਾ, ਜਿਸ ਨੂੰ ਗਊ ਮਾਤਾ ਕਹਿੰਦੇ ਨੇ। ਇਹ ਕਿਤਾਬ ਪੜ੍ਹਨ ਵਾਲੀ ਹੈ, ਕਿਉਂਕਿ ਅੱਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਆ ਰਿਹਾ ਹੈ, ਸਾਨੂੰ ਇਹ ਪੜ੍ਹਨੀ ਚਾਹੀਦੀ ਹੈ। ਹੋਰ ਮਤ ਦਾ ਦੇਖੋ ਮਹਾਂਪੁਰਸ਼ ਹੋ ਕਰਕੇ ਫਿਰ ਉਹ ਗੁਰਬਾਣੀ ਵਿੱਚ ਹੀ ਓਤ-ਪੋਤ ਹੋ ਗਿਆ। ਉਹਨੇ ਇੰਨਾ ਡੂੰਘਾ ਅਧਿਐਨ ਕੀਤਾ, ਉਹ ਗ੍ਰੰਥਾਂ ਦੇ ਹਵਾਲੇ ਵੀ ਦਿੱਤੇ ਨੇ ਉਸ ਕਿਤਾਬ ਦੇ ਵਿੱਚ, ਜੋ ਕੁਝ ਉੱਥੇ ਲਿਖਿਆ ਹੈ। ਕਿਵੇਂ ਇੰਦਰ ਦੇਵਤਾ, ਬ੍ਰਹਮ ਜੀ, ਵਿਸ਼ਨੂੰ ਜੀ ਜਿਹੜੇ ਹਨ, ਮਹਾਦੇਵ, ਇਹ ਕਿਵੇਂ ਡੁਲਾਏਮਾਨ ਹੋਏ। ਅਤੇ ਉੱਥੋਂ ਫਿਰ ਉਹ ਸੱਤਵਤੀ ਇਸਤਰੀ ਸੀ, ਜਦੋਂ ਉਹਨੇ ਪਤਾ ਲੱਗਾ ਇਹ ਪਾਪ ਹੋ ਗਿਆ ਹੈ,
और इन्हें मेरे नाल छल कीता है, उन्हें श्राप दे दिता कि जा पत्थर हो जा। तो उत्थे कहते विष्णु फिर वो पत्थर बन गया। उन्होंने लोग ठाकर फिर भी पिछे नहीं हटे, ठाकर बना के पूजन लग पे। उन्होंने ठाकर आखे गए। ठाकर की पूजा जी लोग मंदिरों में करते हैं, ਇਹਦਾ कदे इतिहास पढ़ लो जे, भावें ਉਹਨੂੰ ਹੋਰ रूप दे के पढ़ते हैं, पर असल ਵਿੱਚ गल ये है, ये जलंधर दैंत के नाम से जलंधर शहर वसिया है। महादेव छलिया जिस समय 14 रतन निकाले गए तो उस समय फिर जिहड़ा है उस समय भी महादेव नूं भी छलिया गया। होर एक दो थावां ते भी जिक्र आउंदा है। ऐसी ये माया है, इन्हां ने इन्हां देवतियां नूं भी छालिया। मार मार सरपणी निर्मल जल पैठी, ये मारो मार करती हुई सरपणी माया। जिथे सत संगत दा नाम दा जल हुंदा है, जिथे सत संगत विच नाम जपिया जा रहा है, वा जिस हिरदे विच निर्मल जल परमात्मा दा नाम है, उत्थे आके टिक जाती है। भाव उत्थे मारो मार नहीं करती, उत्थे इहदा प्रभाव नहीं रहिंदा। जिन तिर भवन डसीले गुर प्रसाद डिठी, जिस माया ने तिन्ने भवनां नूं डस लिया, उस माया नूं उहदे प्रभाव नूं गुरु दे प्रसाद द्वारा, गुरु की किरपा नाल वेख लिया भी ये किन्नी खतरनाक है। वेखो जहर दा आपां नूं पता नहीं हुंदा, पर जदों आपां नूं कोई दस देवे भी ये चीज़ गलत है, आपां उहदे तों सचेत हो जाते हैं, वरना सचेत नहीं हुंदे। हाँ जो कोई आप दसदा भी ये पासे ना जाइए, पासा बहुत खतरनाक है, जां ये वस्तु बहुत गलत है, तो मनुख उस तो सचेत हो जाता है। इस तरह गुरु पातशाह ने सानू सचेत करा दिता कि ये माया कैसी भयानक खतरनाक है। तिन्ने भवनां दे लोकां नूं इहने डस लिया है। रहाओ सरपणी सरपणी क्या कहो भाई, डरदे हुए लोग बड़े माया तो डरदे, कहते हाय माया हाय माया। सत भगत कबीर साहब जी कहते भाई माया तो डरन की लोड़ नहीं, जिन साच पछानिया तिन सरपणी खाई। जिन्हों ने सच्चे वाहिगुरू नाल पछाण बना ली, नाम नाल जुड़ गए, उन्होंने माया रूपी सरपणी नूं खा लिया। भाव माया का अभाव करता, उन्होंने उपर माया का असर नहीं हुंदा। सरपणी ते आन छूछ नहीं अवरा, सरपणी जीती कहा करे जमरा। जिहड़ी सरपणी माया है आन छूछ नहीं अवरा, ਇਹਦੇ ਤੋਂ ਹੋਰ ਕੋਈ नहीं बच सकिया, केवल गुरमुख बचे ने, होर कोई ਇਹਦੇ प्रभाव तो नहीं बच सकिया। जिन्हां ने माया नूं जित लिया उन्हां दे उपर जमां दा जोर नहीं चलदा। सरपनी जीती कहाँ करे जमरा, जमरा भाव जम उन्हां ते अपना जोर नहीं चला सकते। ये सरपणी तांगी कीती होई, गुरमुखां ते माया दा असर क्यों नहीं हुंदा, क्योंकि उस नाल जुड़ जाते ने जिसने माया नूं पैदा किया है। ये सरपणी वाहिगुरू दी माया रूपी सरपणी वाहिगुरू ने बनाई है। बल अबल क्या इसते होई, ਇਹਦੇ अपना कोई जोर नहीं भी ये किसी नूं मार देवे जां गिरा देवे, परमात्मा दे हुक्म विच ही है। ते जिहड़े परमात्मा दे हुक्म विच आ जांदे ने, परमात्मा कह दिंदा भी ये मेरे भगत ने, इन्हां नूं कुछ नहीं आखना। ते जिहड़े हुक्म तो बाहर हो जांदे ने उन्हां ते फिर माया अपना असर विखा दिंदी है। ये बस्ती तां वस्त शरीरा, ये माया जदों तक इहदा प्रभाव है तां जीव शरीरां विच वसदा रहिंदा है, भाव जमदा मरदा रहिंदा है। कदे कोई शरीर मिल गया, कदे कोई शरीर मिल गया। ये बस्ती ये माया जीव दे उपर विच वस रही है, माया दा प्रभाव है। इहदा पता किवें लगे तां वस्त शरीरा, जीव वार वार जमदा मरदा है। गुर प्रसाद सहज तरे कबीरा, गुरु की कृपा नाल गुरमुख नाम जप के सहज अवस्था विच आके माया के प्रभाव तो बच गए, भवजल तो तरे ਹਨ। इस तरह भगत कबीर साहब जी पावन बाणी द्वारा उपदेश दिता है। सतगुरु जी की अगाध बोध बाणी दियां विचारां करदियां होइयां भुलां दी खिमा जी। वाहिगुरु जी का खालसा, वाहिगुरु जी की फतेह।